ਸਤਿਕਾਰਯੋਗ ਅਧਿਆਪਕ ਸਾਹਿਬਾਨ, ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਮਾਈਕਰੋਸਾਫਟ ਐਕਸਲ ਸੰਬੰਧੀ ਮੁੱਢਲੀ ਜਾਣਕਾਰੀ ਸਿੱਖਾਂਗੇ, ਜਿਸ ਦੇ ਨਾਲ ਕਿ ਅਸੀਂ ਆਪਣੇ ਸਕੂਲ ਦੇ ਰੋਜ਼ਾਨਾ ਦੇ ਕੰਮਾਂ ਨੂੰ ਆਸਾਨੀ ਨਾਲ ਕਰ ਸਕਾਂਗੇ। ਸਭ ਤੋਂ ਪਹਿਲਾਂ ਆਪਣੇ ਪੀਸੀ ਦੇ ਹੇਠਾਂ ਖੱਬੇ ਪਾਸੇ ਵਿੰਡੋ ਦੇ ਬਟਨ ਦੇ ਉੱਤੇ ਕਲਿੱਕ ਕਰੋ। ਵਿੰਡੋ ਦੇ ਬਟਨ ਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਵਿੱਚ ਅਸੀਂ ਮਾਈਕਰੋਸਾਫਟ ਐਕਸਲ ਦੇ ਆਈਕਨ 'ਤੇ ਡਬਲ ਕਲਿੱਕ ਕਰਾਂਗੇ। ਜਦੋਂ ਡਬਲ ਕਲਿੱਕ ਕਰਦੇ ਹਾਂ ਤਾਂ ਸਾਡੇ ਸਾਹਮਣੇ ਐਕਸਲ ਦੀ ਜਿਹੜੀ ਸ਼ੀਟ ਹੈਗੀ ਆ, ਬਲੈਂਕ ਸ਼ੀਟ ਐਕਸਲ ਦੀ ਸਾਡੇ ਸਾਹਮਣੇ ਖੁੱਲ੍ਹ ਜਾਵੇਗੀ। ਇਸ ਤਰ੍ਹਾਂ ਤੁਸੀਂ ਪੀਸੀ ਦੇ ਵਿੱਚ ਦੇਖ ਰਹੇ ਹੋ, ਤਸਵੀਰ ਦੇ ਵਿੱਚ ਦੇਖ ਰਹੇ ਹੋ ਕਿ ਬਲੈਂਕ ਸ਼ੀਟ ਜਿਹੜੀ ਐਕਸਲ ਦੀ ਖੁੱਲ੍ਹ ਚੁੱਕੀ ਹੈ। ਉਸ ਦੇ ਵਿੱਚ ਸਭ ਤੋਂ ਉੱਪਰ ਫਾਈਲ, ਹੋਮ, ਇਨਸਰਟ, ਪੇਜ ਲੇਆਊਟ, ਤੁਸੀਂ ਕੀਜ਼ ਦੇਖ ਰਹੇ ਹੋ। ਹੋਮ ਦੇ ਉੱਤੇ ਪਹੁੰਚ ਗਏ ਹੈਗੇ ਅਸੀਂ, ਅਤੇ ਪੇਜ ਲੇਆਊਟ, ਇਹ ਸਾਰੀਆਂ ਸਾਡੀਆਂ ਟੈਬਸ ਕੀ ਹਨ। ਅਤੇ ਟੈਬਸ ਕੀ ਦੇ ਹੇਠਾਂ ਰਿਬਨ ਦੇ ਵਿੱਚ ਕਲਿੱਪਬੋਰਡ, ਫੌਂਟ, ਅਲਾਈਨਮੈਂਟ, ਨੰਬਰ ਆਦਿ ਸਾਰੇ ਜਿਹੜੇ ਹੈਗੇ ਗਰੁੱਪਸ ਕੀਜ਼ ਹਨ, ਜਿਨ੍ਹਾਂ ਦੀ ਵਰਤੋਂ ਅਸੀਂ ਐਕਸਲ ਦੇ ਵਿੱਚ ਕਰਦੇ ਹਾਂ। ਅਤੇ ਉਸ ਤੋਂ ਬਾਅਦ ਵਿੱਚ ਹੇਠਾਂ ਸ਼ੀਟ ਦੇ ਉੱਤੇ ABCD ਸਾਰੇ ਕਾਲਮ ਹਨ, ਅਤੇ 1 ਤੋਂ ਲੈ ਕੇ ਜਿਹੜੀ 24-25 ਤੱਕ ਸਾਨੂੰ ਗਿਣਤੀ ਨਜ਼ਰ ਆ ਰਹੀ, ਉਹ ਸਾਡੀਆਂ ਰੋਜ਼ ਹਨ। ਇਸ ਤਰ੍ਹਾਂ ਅਸੀਂ ਜਦੋਂ ਇਸ ਵਿੱਚ ਕੰਮ ਕਰਨਾ ਸ਼ੁਰੂ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ A ਕਾਲਮ ਅਤੇ 1 ਰੋ ਦੇ ਵਿੱਚ ਸਿਲੈਕਟ ਕਰਾਂਗੇ। ਇਸ ਪਿੱਛੋਂ ਅਸੀਂ ਫੌਂਟ ਸਿਲੈਕਟ ਕਰਦੇ ਹਾਂ। ਫੌਂਟ ਦੇ ਵਿੱਚ ਜਾ ਕੇ ਜਿਹੜਾ ਫੌਂਟ ਗਰੁੱਪ ਕੀਜ਼ ਹੈਗੀਆਂ, ਉਸ ਦੇ ਵਿੱਚ ਜਾ ਕੇ ਅਸੀਂ ਆਪਣੀ ਮਨਪਸੰਦ ਦੇ ਫੌਂਟ ਚੁਣਾਂਗੇ। ਜਿਸ ਤਰ੍ਹਾਂ ਅਸੀਂ ਪੰਜਾਬੀ ਦੇ ਵਿੱਚ ਦੇਖਦੇ ਹਾਂ, ਜੋ ਸਭ ਤੋਂ ਪ੍ਰਚਲਿਤ ਅਨਮੋਲ ਲਿਪੀ ਅਸੀਂ ਸਿਲੈਕਟ ਕੀਤੀ ਹੈ, ਉਸ ਦੇ ਵਿੱਚ ਅਸੀਂ ਆਪਣਾ ਕਾਰਜ ਕਰਾਂਗੇ। ਇਸ ਦੇ ਨਾਲ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਫੌਂਟ ਦਾ ਅਸੀਂ ਸਾਈਜ਼ ਕਿੱਡਾ ਰੱਖਣਾ, ਉਹ ਵੀ ਬਟਨ ਫੌਂਟ ਗਰੁੱਪ ਕੀਜ਼ ਦੇ ਵਿੱਚ ਨਾਲ ਹੀ ਲੱਗਾ ਹੋਇਆ ਹੈ। ਉਸ ਦੇ ਵਿੱਚ ਕਲਿੱਕ ਕਰਕੇ ਅਸੀਂ ਉਸ ਦਾ ਸਾਈਜ਼ 10, 11, 12, 13 ਜਿੰਨਾ ਵੀ ਰੱਖਣਾ ਹੈ, ਉਸ ਨੂੰ ਅਸੀਂ ਸਿਲੈਕਟ ਕਰ ਲੈਂਦੇ ਹਾਂ। ਅਤੇ ਜਦੋਂ ਅਸੀਂ ਕਾਰਜ ਕਰਦੇ ਹਾਂ ਤਾਂ ਟੈਬ ਕੀ ਅਤੇ ਰਾਈਟ ਐਰੋ ਕੀ ਦੇ ਨਾਲ ਅਸੀਂ ਅਗਲੇ ਕਾਲਮ ਦੇ ਵਿੱਚ ਅਤੇ ਐਂਟਰ ਦੇ ਨਾਲ ਅਸੀਂ ਹੇਠਲੀ ਰੋ ਦੇ ਵਿੱਚ ਜਾ ਸਕਦੇ ਹਾਂ। ਇਸ ਤਰ੍ਹਾਂ ਜਿਹੜਾ ਆਪਾਂ ਇਸ ਵਿੱਚ ਕਾਰਜ ਜਿਹੜਾ ਆਪਣਾ ਪੂਰਾ ਕਰ ਲੈਂਦੇ ਹਾਂ। ਜਦੋਂ ਅਸੀਂ ਸਾਰੇ ਕਾਲਮ ਭਰ ਲਏ, ਇਹ ਸਾਰੇ ਕਾਲਮ ਸਾਡੇ ਭਰ ਹੋ ਗਏ, ਉਸ ਪਿੱਛੋਂ ਅਸੀਂ ਇਸ ਨੂੰ ਇੱਕ ਖਾਸ ਤਰਤੀਬ ਦੇ ਵਿੱਚ ਅਲਾਈਨਮੈਂਟ ਕਰ ਸਕਦੇ ਹਾਂ। ਅਲਾਈਨਮੈਂਟ ਗਰੁੱਪ ਕੀ ਦੀ ਸਹਾਇਤਾ ਦੇ ਨਾਲ ਖਾਸ ਤਰਤੀਬ ਦੇ ਵਿੱਚ ਰੱਖ ਸਕਦੇ ਹਾਂ, ਤਾਂ ਕਿ ਸਾਨੂੰ ਸੋਹਣੇ ਲੱਗਣ। ਉਸ ਦੇ ਨਾਲ ਅਸੀਂ ਸ਼ਿਫਟ ਪਲੱਸ ਰਾਈਟ ਐਰੋ ਕੀ ਦੇ ਨਾਲ ਜਾਂ ਡਾਊਨ ਐਰੋ ਕੀ ਦੇ ਨਾਲ ਆਪਾਂ ਸਾਰੇ ਕਾਲਮ ਜਿਹੜੇ ਸਾਡੀ ਵਰਕਸ਼ੀਟ ਹੈਗੀ, ਉਸ ਨੂੰ ਆਪਾਂ ਸਿਲੈਕਟ ਕਰਾਂਗੇ। ਸਾਡਾ ਜੋ ਜਿੰਨਾ ਕੁ ਕੰਮ ਅਸੀਂ ਉਸ ਉੱਤੇ ਕੀਤਾ ਹੋਇਆ, ਉਸ ਪਿੱਛੋਂ ਅਲਾਈਨਮੈਂਟ ਗਰੁੱਪ ਕੀਜ਼ ਦੇ ਵਿੱਚੋਂ ਟੋਪ ਅਲਾਈਨਮੈਂਟ, ਮਿਡਲ ਅਲਾਈਨਮੈਂਟ, ਰਾਈਟ, ਲੈਫਟ, ਜਿਸ ਪਾਸੇ ਨੂੰ ਵੀ ਆਪਾਂ ਆਪਣਾ ਕੀਤੇ ਹੋਏ ਲਿਖੇ ਹੋਏ ਜੋ ਵਰਕ ਹੈਗਾ, ਉਸ ਨੂੰ ਆਪਾਂ ਕਰ ਸਕਦੇ ਹਾਂ। ਇਸ ਪਿੱਛੋਂ ਅਸੀਂ ਆਪਣੇ ਜੋ ਕੰਮ ਕੀਤਾ ਹੈ ਵਰਕਸ਼ੀਟ ਦਾ, ਉਸ ਨੂੰ ਆਪਾਂ ਬਾਰਡਰ ਲਗਾਉਂਦੇ ਹਾਂ। ਉਸੇ ਦੇ ਲਈ ਆਪਾਂ ਪਹਿਲਾਂ ਉਸ ਨੂੰ ਸਾਰੇ ਨੂੰ ਸਿਲੈਕਟ ਕਰਾਂਗੇ। ਸਿਲੈਕਟ ਕਰਨ ਤੋਂ ਬਾਅਦ ਵਿੱਚ ਅਸੀਂ ਫੌਂਟ ਗਰੁੱਪ ਕੀਜ਼ ਦੇ ਵਿੱਚ ਬਾਰਡਰ 'ਤੇ ਕਲਿੱਕ ਕਰਾਂਗੇ, ਤਾਂ ਸਾਨੂੰ ਹੇਠਾਂ ਕਈ ਤਰ੍ਹਾਂ ਦੇ ਬਾਰਡਰ ਜਿਹੜੇ ਨਜ਼ਰ ਆਉਣਗੇ, ਜਿਸ ਦੇ ਵਿੱਚੋਂ ਅਸੀਂ ਆਪਣੀ ਮਨਪਸੰਦ ਦਾ ਜੋ ਬਾਰਡਰ ਲਗਾਉਣਾ ਹੈ। ਮੈਂ ਆਲ ਬਾਰਡਰ ਲਗਾਇਆ ਅਤੇ ਇਹ ਸਾਰੀ ਸ਼ੀਟ ਦੇ ਉੱਤੇ ਜਿੰਨਾ ਕੰਮ ਅਸੀਂ ਸਿਲੈਕਟ ਕੀਤਾ ਸੀ, ਉਸ ਦੇ ਉੱਤੇ ਇੱਕ ਬਾਰਡਰ ਆ ਗਿਆ। ਇਸ ਪਿੱਛੋਂ ਅਸੀਂ ਦੇਖਦੇ ਹਾਂ ਕਿ ਇਸ ਜਿਹੜੇ ਸਾਰੇ ਕਾਲਮ ਹੈਗੇ, ਸਾਡੀ ਪਹਿਲੀ ਕਲਾਸ, ਦੂਸਰੀ ਕਲਾਸ, ਤੀਸਰੀ, ਚੌਥੀ, ਪੰਜਵੀਂ, ਇਸ ਦਾ ਸਾਰੇ ਦਾ ਜੋੜ ਵੀ ਹੋ ਜਾਵੇ। ਅਤੇ ਇਸੇ ਲਈ ਆਪਾਂ ਸਾਰੇ ਨੂੰ ਉਸੇ ਢੰਗ ਦੇ ਨਾਲ ਆਪਾਂ ਸ਼ਿਫਟ ਦੇ ਨਾਲ ਐਰੋ ਕੀ ਦੱਬ ਕੇ ਸਾਰੇ ਨੂੰ ਸਿਲੈਕਟ ਕਰ ਲਿਆ, ਅਤੇ ਸਾਡੇ ਕੁੱਲ ਵਾਲੇ ਖਾਨੇ ਭਰੇ ਜਾਣ। ਸਾਰੇ ਨੂੰ ਆਪਾਂ ਸਿਲੈਕਟ ਕਰਾਂਗੇ। ਸ਼ਿਫਟ ਦੇ ਨਾਲ ਆਪਾਂ ਡਾਊਨ ਐਰੋ ਕੀ ਦੇ ਨਾਲ ਆਪਾਂ ਸਾਰਾ ਜੋ ਕਾਰਜ ਸਾਡਾ ਕੀਤਾ ਸੀ, ਉਸ ਨੂੰ ਆਪਾਂ ਸਿਲੈਕਟ ਕੀਤਾ। ਅਤੇ ਇਸ ਪਿੱਛੋਂ ਆਪਾਂ ਜਿਹੜੀ ਐਡੀਟਿੰਗ ਗਰੁੱਪ ਕੀਜ਼ ਦੇ ਵਿੱਚ ਆਟੋ ਸਮ 'ਤੇ ਜਦੋਂ ਉਸ ਨੂੰ ਕਲਿੱਕ ਕਰਾਂਗੇ, ਤੁਸੀਂ ਦੇਖੋਗੇ ਕਿ ਜਿਹੜੇ ਸਾਡੇ ਸਾਰੇ ਕਾਲਮ ਹੈਗੇ ਆ, ਜਿੰਨੀਆਂ ਸਾਡੀਆਂ ਕਲਾਸਾਂ ਸੀ, ਉਹਨਾਂ ਦਾ ਸਕੂਲ ਵਾਈਜ਼ ਵੀ ਜੋੜ ਹੋ ਗਿਆ ਅਤੇ ਟੋਟਲ ਵੀ ਜੋੜ ਹੋ ਗਿਆ। ਇਸ ਤਰ੍ਹਾਂ ਆਪਾਂ ਰੋਜ਼ਮर्रा ਦੇ ਆਪਣੇ ਕੰਮ ਨੂੰ ਆਸਾਨੀ ਦੇ ਨਾਲ ਇੱਕ ਪਲ ਦੇ ਵਿੱਚ ਹੀ ਕਰ ਸਕਦੇ ਹਾਂ। ਉਸ ਦਾ ਪੂਰੀ ਕੈਲਕੂਲੇਸ਼ਨ ਆਪਾਂ ਕਰ ਸਕਦੇ ਹਾਂ।
ਜਿਸ ਤਰ੍ਹਾਂ ਅਸੀਂ ਇਸ ਸ਼ੀਟ ਦੇ ਵਿੱਚ ਹੁਣ ਕਾਰਜ ਆਪਣਾ ਕਰ ਲਿਆ, ਇਸ ਪਿੱਛੋਂ ਲੋੜ ਪੈਂਦੀ ਹੈ ਇਸ ਕਾਰਜ ਨੂੰ ਸੇਵ ਕਰਨ ਦੇ ਲਈ, ਤਾਂ ਕਿ ਅਸੀਂ ਇਸ ਦੀ ਬਾਅਦ ਵਿੱਚ ਵੀ ਵਰਤੋਂ ਕਰ ਸਕੀਏ। ਉਸ ਦੇ ਲਈ ਅਸੀਂ ਫਾਈਲ ਮੈਨੂ 'ਤੇ ਜਾ ਕੇ ਸੇਵ ਜਾਂ ਸੇਵ ਐਜ਼ ਬਟਨ ਜਿਹੜਾ ਹੈਗਾ ਸਾਡਾ, ਉਸ ਦੇ ਉੱਤੇ ਜਦੋਂ ਆਪਾਂ ਕਲਿੱਕ ਕਰਦੇ ਹਾਂ ਤੇ ਉਸ ਦੇ ਨਾਲ ਜਿਹੜੀ ਹੈ ਵਿੰਡੋ ਖੁੱਲ੍ਹ ਜਾਂਦੀਆਂ ਹਨ, ਜਿਸ ਦੇ ਵਿੱਚ ਅਸੀਂ ਆਪਣੀ ਮਨਪਸੰਦ ਡਾਇਰੈਕਟਰੀ ਦੇ ਵਿੱਚ ਜਿਹੜਾ ਉਸ ਪ੍ਰੋਗਰਾਮ ਨੂੰ ਸੇਵ ਕਰ ਸਕਦੇ ਹਾਂ। ਜਿਸ ਤਰ੍ਹਾਂ ਇਹ ਪ੍ਰੋਗਰਾਮ ਪਹਿਲਾਂ ਸੇਵ ਸੀਗਾ ਅਤੇ ਆਪਾਂ ਇਸ ਨੂੰ ਸੇਵ ਐਜ਼ ਹੁਣ ਨਵੇਂ ਨਾਂ ਦੇ ਨਾਲ ਸੇਵ ਕਰਾਂਗੇ। ਆਪਾਂ ਸੇਵ ਐਜ਼ ਕਰਕੇ ਫਿਰ ਬਰਾਊਜ਼ਰ 'ਤੇ ਜਦੋਂ ਜਾਵਾਂਗੇ ਅਤੇ ਬਰਾਊਜ਼ਰ ਤੋਂ ਬਾਅਦ ਵਿੱਚ ਉਹ ਸਪੇਸ, ਉਹ ਜਗ੍ਹਾ ਆ ਜਾਏਗੀ ਸਾਡੇ PC ਦੀ, ਜਿਸ ਦੇ ਵਿੱਚ ਅਸੀਂ ਇਸ ਨੂੰ ਸੇਵ ਕਰਨਾ ਹੈ। ਅਤੇ ਆਪਾਂ ਇਸ ਪ੍ਰੋਗਰਾਮ ਨੂੰ ਆਪਾਂ ਡੈਸਕਟੋਪ 'ਤੇ ਸੇਵ ਕਰ ਰਹੇ ਹਾਂ। ਡੈਸਕਟੋਪ 'ਤੇ ਸੇਵ ਕਰਨ ਦੇ ਲਈ ਫਿਰ ਆਪਾਂ ਜਦੋਂ ਡੈਸਕਟੋਪ ਸਿਲੈਕਟ ਕੀਤਾ, ਉਸ ਪਿੱਛੋਂ ਜਿਹੜਾ ਸਾਡਾ ਕੰਪਿਊਟਰ ਉਸ ਇਸ ਦਾ ਨਾਮ ਮੰਗ ਰਿਹਾ, ਅਤੇ ਆਪਾਂ ਇਸ ਦੇ ਨਾਮ ਦੇ ਵਿੱਚ ਜਿਸ ਨਾਮ ਦੇ ਨਾਲ ਅਸੀਂ ਇਸ ਨੂੰ ਸੇਵ ਕਰਨਾ, ਸਾਨੂੰ ਯਾਦ ਰਹੇਗਾ ਕਿ ਆਪਾਂ ਇਹ ਫਾਈਲ ਫਿਰ ਵੀ ਦੇਖਣੀ ਹੈ, ਉਸ ਨਾਮ ਦੇ ਨਾਲ ਲਿਖ ਕੇ ਅਤੇ ਇਸ ਨੂੰ ਸੇਵ ਕਰ ਦੇਵਾਂਗੇ, ਤਾਂ ਕਿ ਸਾਡਾ ਜਿਹੜਾ ਕੀਤਾ ਹੋਇਆ ਕੰਮ ਆ ਉਹ ਸਾਡੇ PC ਦੇ ਵਿੱਚ ਸੁਰੱਖਿਅਤ ਹੋ ਜਾਵੇਗਾ। ਇਸ ਪਿੱਛੋਂ ਅਸੀਂ ਦੇਖਦੇ ਹਾਂ ਕਿ ਅਸੀਂ ਆਪਣੇ ਜੋ ਕਾਰਜ ਕੀਤਾ ਹੈ ਉਸ ਨੂੰ ਹੈਡਿੰਗ ਦੇਣਾ ਹੈ, ਉਸ ਦਾ ਜਿਹੜਾ ਵਿਸ਼ਾ ਵਸਤੂ ਅਸੀਂ ਲਿਖਣਾ ਹੈ। ਤਾਂ ਉਸ ਵਿਸ਼ਾ ਵਸਤੂ ਨੂੰ ਜਾਂ ਹੈਡਿੰਗ ਜਿਹੜੇ ਹੈਗੇ ਆ ਸਾਡੇ, ਉਸ ਨੂੰ ਅਸੀਂ ਬੋਲਡ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸ਼ੀਟ ਦੇ ਵਿੱਚ। ਕਿ ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ, ਜਿਹੜਾ ਵੀ ਆਪਾਂ ਉਹ ਵਿਸ਼ਾ ਵਸਤੂ ਲਿਖਿਆ ਹੈ ਉਸ ਨੂੰ ਸਿਲੈਕਟ ਕਰਾਂਗੇ, ਉਸ ਕੀਜ਼ ਨੂੰ ਅਤੇ ਉਸ ਰੂਲਸ ਨੂੰ ਆਪਾਂ ਸਿਲੈਕਟ ਕਰਾਂਗੇ। ਤਾਂ ਸਿਲੈਕਟ ਕਰਨ ਉਪਰੰਤ ਉਸ ਬੋਲਡ ਦੇ ਬਟਨ ਜਿਹੜਾ ਹੈਗਾ ਸਾਡੇ ਬਣਿਆ ਹੋਇਆ ਫਾਉਂਟ ਕੀ ਦੇ ਵਿੱਚ, ਉਸ ਦੇ ਨਾਲ ਅਸੀਂ ਉਸ ਨੂੰ ਬੋਲਡ ਕਰ ਦਿਆਂਗੇ। ਅਤੇ ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਸਾਡਾ ਕਲਸਟਰ ਮਿਰਜ਼ਾਪੁਰ ਦਾ ਦਾਖਲਾ ਜਿਹੜਾ ਹੈਗਾ ਉਹ ਬੋਲਡ ਹੋ ਗਿਆ। ਉਸ ਨੂੰ ਆਪਾਂ ਵੱਡੇ ਵੀ ਕਰ ਸਕਦੇ ਹਾਂ, ਜਿੰਨਾ ਮਰਜ਼ੀ ਵੱਡਾ ਉਸ ਨੂੰ ਫਾਉਂਟ ਆਪਾਂ ਕਰ ਲਈਏ। ਇਸ ਪਿੱਛੋਂ ਦੂਸਰੇ ਹੈਡਿੰਗਾਂ ਨੂੰ ਬੋਲਡ ਕਰਨ ਦੇ ਲਈ ਆਪਾਂ ਸਿਲੈਕਟ ਕਰਕੇ ਬੋਲਡ 'ਤੇ ਕਲਿੱਕ ਕਰਾਂਗੇ, ਤਾਂ ਸਾਡੇ ਸਾਰੇ ਜਿਹੜੀਆਂ ਕਲਾਸਾਂ ਹੈਗੀਆਂ ਉਹ ਵੀ ਬੋਲਡ ਹੋ ਗਈਆਂ। ਇਸ ਤਰ੍ਹਾਂ ਉਹ ਵੱਖਰਾ ਥੋੜ੍ਹਾ ਵਧੀਆ ਨਜ਼ਰ ਆਉਣ ਲੱਗ ਪਵੇਗਾ। ਇਸ ਪਿੱਛੋਂ ਅਸੀਂ ਇਸ ਜੋ ਵੀ ਟੋਟਲ ਕੀਤਾ ਹੈ ਉਸ ਨੂੰ ਵੀ ਹਾਈਲਾਈਟ ਕਰਨਾ ਚਾਹੁੰਦੇ ਹਾਂ, ਤਾਂ ਉਸ ਦੇ ਵਿੱਚ ਵੀ ਅਸੀਂ ਉਸ ਨੂੰ ਵੀ ਸਾਰੇ ਨੂੰ ਸਿਲੈਕਟ ਕਰਕੇ ਬੋਲਡ ਕਰ ਦੇਵਾਂਗੇ। ਤੁਸੀਂ ਦੇਖੋਗੇ ਕਿ ਸਾਰਾ ਜਿਹੜਾ ਕੁੱਲ ਕਲਾਸਾਂ ਨਾਲ ਲੱਗਾ ਹੋਇਆ ਉਹ ਵੀ ਬੋਲਡ ਨਜ਼ਰ ਆਉਣ ਲੱਗ ਪਿਆ। ਅਤੇ ਹੁਣ ਅਸੀਂ ਦੇਖਦੇ ਹਾਂ ਕਿ ਸਾਡੀਆਂ ਕਲਾਸਾਂ ਵੱਖਰੀਆਂ ਵੱਖਰੀਆਂ ਨਜ਼ਰ ਆਉਣ, ਕਿ ਕੋਈ ਕਲਾਸ ਦੀ ਸਾਡੀ ਪਹਿਲੀ ਸੱਟੇ ਨਜ਼ਰ ਪਵੇ ਅਤੇ ਕਲਾਸ ਵੱਖਰੀ ਵੱਖਰੀ ਹੋ ਜਾਏ। ਉਸ ਨਾਲ ਅਸੀਂ ਉਸ ਨੂੰ ਕਲਰ ਕਰਾਂਗੇ, ਜਿਸ ਦੀ ਇੱਕ ਕਲਰ ਬਕਟ ਹੈਗੀ ਆ, ਉਸ ਦੇ ਵਿੱਚੋਂ ਅਸੀਂ ਕਲਰ ਸਿਲੈਕਟ ਕਰਕੇ ਆਪਣੇ ਹੈਡਿੰਗ ਨੂੰ ਕਲਰ ਦੇ ਦਿੱਤਾ, ਅਲੱਗ ਕਲਰ ਦੇ ਦਿੱਤਾ। ਜਿਸ ਵੀ ਕਾਲਮ ਨੂੰ ਅਸੀਂ ਕਲਰ ਕਰਨਾ ਉਸ ਨੂੰ ਸਿਲੈਕਟ ਕਰਕੇ, ਅਸੀਂ ਪਹਿਲੀ ਕਲਾਸ ਸਿਲੈਕਟ ਕਰ ਰਹੇ ਹਾਂ, ਸਾਰੀ ਨੂੰ ਸਿਲੈਕਟ ਕਰਕੇ ਉਸ ਕਲਰ ਬਕਟ ਦੇ ਵਿੱਚੋਂ ਅਸੀਂ ਫਿਰ ਕਲਰ ਚੂਜ਼ ਕਰਾਂਗੇ ਅਤੇ ਕਲਰ ਲੈ ਕੇ ਆਪਾਂ ਉਸ ਨੂੰ ਵੱਖਰਾ ਰੰਗ ਦੇ ਦਿਆਂਗੇ। ਇਸੇ ਤਰ੍ਹਾਂ ਹਰ ਕਲਾਸ ਨੂੰ ਅਸੀਂ ਸਿਲੈਕਟ ਕਰਕੇ ਵੱਖਰਾ ਵੱਖਰਾ ਕਲਰ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਦੇ ਨਾਲ ਹਰ ਕਲਾਸ ਅਲੱਗ ਨਜ਼ਰ ਆਏਗੀ ਅਤੇ ਸਾਨੂੰ ਪਹਿਚਾਣ ਹੋ ਜਾਏਗੀ ਕਿ ਇਹ ਕਲਾਸ, ਇਹ ਜਿਹੜਾ ਡਾਟਾ ਹੈਗਾ ਦੂਸਰੀ ਦੇ ਨਾਲੋਂ ਵੱਖਰਾ ਹੈ। ਤੁਸੀਂ ਇਸ ਚਾਰਟ ਦੇ ਵਿੱਚ ਦੇਖ ਰਹੇ ਹੋ, ਇਸ ਕੰਮ ਦੇ ਵਿੱਚ ਦੇਖ ਰਹੇ ਹੋ ਕਿ ਅਸੀਂ ਇਹ ਸਾਰਾ ਕਲਰਫੁੱਲ ਹੋ ਗਿਆ, ਜਿਸ ਦੇ ਨਾਲ ਸਾਨੂੰ ਦੇਖਣ ਨੂੰ ਵੀ ਵਧੀਆ ਲੱਗਦਾ ਅਤੇ ਕਲਾਸ ਵੀ ਅਲੱਗ-ਅਲੱਗ ਹੋ ਗਈ। ਸਭ ਤੋਂ ਜ਼ਰੂਰੀ ਗੱਲ ਕਿ ਅਸੀਂ ਨਾਲ ਨਾਲ ਇਸ ਨੂੰ ਸੇਵ ਜ਼ਰੂਰ ਕਰਦੇ ਰਹਿਣਾ ਹੈ। ਅਤੇ ਉਹ ਤੁਹਾਨੂੰ ਮੈਂ ਬਾਰ-ਬਾਰ ਦੱਸਿਆ ਹੈ ਕਿ ਜਿੰਨਾ ਵੀ ਕਾਰਜ ਅਸੀਂ ਕਰਦੇ ਉਸ ਨੂੰ ਸੇਵ ਕਰ ਲੈਣਾ ਹੈ, ਅਤੇ ਇਸ ਦੇ ਨਾਲ ਨਾਲ ਅਸੀਂ ਉਸ ਤੋਂ ਅੱਗੇ ਜੋ ਵੀ ਹੈ ਉਸ ਨੂੰ ਸੇਵ ਕਰਨ ਦੇ ਲਈ ਜਿਹੜੀਆਂ ਸ਼ਾਰਟਕਟ ਕੀਜ਼ ਹੈਗੀਆਂ ਆਪ ਜੀ ਦੇ ਨਾਲ ਉਹ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਕਾਰਜ ਆਪਾਂ ਕਰਦੇ ਉਸ ਨੂੰ ਨਾਲੋਂ ਨਾਲ ਸੇਵ ਕਰਨ ਦੇ ਲਈ ਅਸੀਂ Alt+S ਕੰਟਰੋਲ S ਸਾਡੀ ਇਸ ਐਕਸਲ ਦੇ ਵਿੱਚ ਸ਼ਾਰਟਕਟ ਕੀਜ਼ ਹੈਗੀਆਂ, ਜਿਸ ਦੇ ਨਾਲ ਅਸੀਂ ਇਸ ਕੀਜ਼ ਨੂੰ ਸ਼ਾਰਟਕਟ ਵੇ ਦੇ ਨਾਲ ਆਪਾਂ ਸੇਵ ਕਰ ਸਕਦੇ ਹਾਂ। Alt+S ਦੇ ਨਾਲ ਅਸੀਂ ਆਪਣਾ ਕਾਰਜ ਜਿਹੜਾ ਹੈ ਉਸ ਨੂੰ ਆਸਾਨੀ ਦੇ ਨਾਲ ਬਿਲਕੁਲ ਸ਼ਾਰਟਕਟ ਤਰੀਕੇ ਦੇ ਨਾਲ ਸੇਵ ਕਰ ਦੇਵਾਂਗੇ। ਇਹ ਜਾਣਕਾਰੀ ਆਪ ਜੀ ਦੇ ਨਾਲ ਜ਼ਰੂਰ ਸਾਂਝੀ ਕਰਨੀ ਕਿ ਕੋਈ ਵੀ ਕਾਰਜ ਕਰਦੇ ਉਸ ਨੂੰ ਆਪਾਂ ਬਾਰ-ਬਾਰ ਸੇਵ ਕਰਦੇ ਰਹਿਣਾ ਹੈ। ਦੂਜੇ ਨੰਬਰ ਤੇ ਸਾਡੀ ਕੀ ਹੈਗੀ ਆਂਡੂ। ਜੇ ਕੋਈ ਆਪਾਂ ਕਾਰਜ ਕਰਦੇ ਕਰਦੇ ਗਲਤ ਕਰ ਦਿੰਦੇ ਹੈਗੇ ਆ ਤਾਂ ਉਸ ਦੇ ਨਾਲ ਆਪਾਂ ਫਿਰ ਉਸ ਨੂੰ Alt+Z ਦੇ ਨਾਲ ਆਪਾਂ ਆਂਡੂ ਕਰ ਸਕਦੇ, ਉਸ ਕਾਰਜ ਨੂੰ ਵਾਪਸ ਕਰ ਸਕਦੇ ਹੈਗੇ। ਜਿਹੜਾ ਸਾਡੇ ਕੋਲ ਕੁਛ ਕਾਲਮ ਦੇ ਵਿੱਚ ਕੁਛ ਐਂਟਰੀ ਗਲਤ ਹੋਈ ਤਾਂ ਉਸ ਨੂੰ ਡਿਲੀਟ ਕਰਨ ਦੇ ਲਈ ਆਪਾਂ Ctrl+Z ਦੇ ਨਾਲ
ਕਰ ਸਕਦੇ ਹਾਂ। ਤੀਸਰੀ ਕੀ ਸਾਡੀ ਹੈਗੀ ਆ, ਕਾਪੀ ਅਸੀਂ ਕੁਝ ਕਾਰਜ ਕਰਦੇ ਇੱਕ ਕਲਾਸ ਦੇ ਡਾਟੇ ਨੂੰ ਚੁੱਕ ਕੇ ਅੱਗੇ ਸੇਵ ਕਰਨਾ, ਉਸ ਲਈ ਕਾਲਟ ਸੀ ਦੇ ਨਾਲ ਆਪਾਂ ਉਸ ਨੂੰ ਕਾਪੀ ਕਰਾਂਗੇ ਅਤੇ ਕਾਲਟ ਬੀ ਦੇ ਨਾਲ ਅਸੀਂ ਉਸ ਨੂੰ ਦੂਸਰੀ ਜਗ੍ਹਾ ਦੇ ਉੱਤੇ ਪੇਸਟ ਕਰ ਦਿੰਦੇ ਹੈਗੇ ਆ ਅਤੇ ਸਾਡਾ ਇਸ ਨਾਲ ਸਮਾਂ ਬਚਦਾ ਹੈਗਾ। ਸਾਡੀ ਚੌਥੀ ਜਿਹੜੀ ਕੀ ਹੈਗੀ, ਕੱਟ ਆਪਾਂ ਇੱਕ ਜਗ੍ਹਾ ਤੋਂ ਡਿਲੀਟ ਕਰਕੇ ਕੁਝ ਦੂਸਰੀ ਜਗ੍ਹਾ ਡਾਟੇ ਨੂੰ ਲੈ ਕੇ ਜਾਣਾ ਅਤੇ ਕਾਲਟ ਐਕਸ ਦੇ ਨਾਲ ਅਸੀਂ ਇਹ ਕਾਰਜ ਕਰ ਰਹੇ। ਕਾਲਟ ਐਕਸ ਦੇ ਨਾਲ ਅਸੀਂ ਉਸ ਜਗ੍ਹਾ ਤੋਂ ਡਿਲੀਟ ਕਰਕੇ ਕਾਲਟ ਬੀ ਦੇ ਨਾਲ ਅਸੀਂ ਫਿਰ ਉਸ ਨੂੰ ਦੂਸਰੀ ਜਗ੍ਹਾ ਜਾ ਕੇ ਪੇਸਟ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਕੰਟਰੋਲ ਬੀ ਦੇ ਨਾਲ ਜਿਹੜਾ ਉਸ ਨੂੰ ਬੋਲਡ ਕਰ ਸਕਦੇ ਹਾਂ ਆਪਣੇ ਕਿਸੇ ਨੂੰ ਵੀ ਸਿਲੈਕਟ ਕਰਕੇ। ਇਸ ਤਰ੍ਹਾਂ ਦੇਖਦੇ ਹਾਂ ਕਿ ਅਸੀਂ ਸਾਡੇ ਸਾਰਾ ਕਾਰਜ ਜਿਹੜਾ ਐਕਸਲ ਦੇ ਵਿੱਚ ਇਹਨਾਂ ਸ਼ਾਰਟਕਟ ਕੀਜ਼ ਦੇ ਨਾਲ ਬਿਲਕੁਲ ਆਸਾਨ ਹੋ ਜਾਂਦਾ ਹੈ ਅਤੇ ਇਹਨਾਂ ਸ਼ਾਰਟਕਟ ਕੀ ਦੇ ਵਿੱਚੋਂ ਜਦੋਂ ਆਪਾਂ ਸਾਰਾ ਕਾਰਜ ਆਪਣਾ ਮੁਕਾ ਲੈਂਦੇ ਹਾਂ, ਉਸ ਨੂੰ ਪ੍ਰਿੰਟ ਕਰਨ ਦੇ ਲਈ ਅਸੀਂ ਕਾਲਟ ਦੇ ਨਾਲ ਪੀ ਜਿਹੜਾ ਬਟਨ ਦੱਬਦੇ ਹਾਂ ਅਤੇ ਸਾਡਾ ਸਾਰਾ ਕਾਰਜ ਜਿਹੜਾ ਕੀਤਾ ਹੋਇਆ ਉਹ ਵਰਕੇ ਦੇ ਉੱਤੇ ਸਾਡਾ ਪ੍ਰਿੰਟ ਹੋ ਜਾਂਦਾ ਹੈ। ਐਕਸਲ ਸੰਬੰਧੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਏਗੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।